ओंकार सतनाम करता पुरख निर्भव निर्वैर अकाल मूरत आजूनी सहभं गुर प्रसाद जप आद सच जुगाद सच है भी सच नानक होसी भी सच। आओ साहिब श्री गुरु ग्रंथ साहिब जी की निੱਘੀ गोद का आनंद माण रही गुरु प्यारी साध संगत जीओ। आपां कल सांझ पा रहे सी बवाणियां कहानियां पुत सपुत करेण। अज आपां याद कर रहे हैं अपने बड़े वडेरियां नूं, अपने गुरुआं नूं जिन्हां ने सानू जीवन दान बख्शिश किया। कल आपां इतिहासक सांझां पाईयां, वो इतिहासक सांझां जो तुहानू आउण वाले कल तक PMC पंजाब, PMC हिंदी, PSSM ग्लोबल, बुरजमाई देसां पेज ते सुनने नूं मिल जाणगियां, क्योंकि शुरुआत है प्रोग्राम की। हले 7 जून तक समागम चलने हैं, उन्हां दियां कुछ सैटिंगां हुंदियां थोड़ा समा लगता है। जदों आपां इतिहास की सांझ पा रहे सी, क्योंकि इतिहास तो इन्ना ज़्यादा लंबा, गुरु रामदास साहिब वेले तो नाल रहना सारी सारी उम्र और उन्हां दे चरनां दे विच ही प्राण त्याग देने। ये भाई भगतू दे, बाबा आदम दे, भाई जीवन दे हिस्से आया ते अगों उन्हां दे पोते पड़ोते भाई संत दास होरी उन्हां ही पूरनियां ते चलदियां गुरमत गुरसिੱਖੀ नाल जुड़े रहे। गुरु नानक दे घर दा इलाही इल्हाम जगाई हुई जोत पहलां अपने हिरदे दे विचों नूं धारिया, मन्निया, पहलां सुनिया फिर मन्निया, फिर प्यार नाल अगे बरताया। बहुत किरपा कीतियां सतगुरां ने। कल कुछ गुरमुखां वल्लों फोन आए कि सानू जो तुसी इतिहास दस रहे सी उस दी बाबत थोड़ा संखेप दे विच दोबारा दस दिओ, असीं बजुर्गां दे नाम लिखने हन। उहदे विच आपां सांझ पाई सी कि गुरु रामदास दे चरनां 'च जाके सेवा कीती बाबा आदम जी ने, जो बठिंडे इलाके तो बलाड़ विंजूका तो उठ के गए सन। पुत्र की प्राप्ति हुई, भाई भगतू उन्हां दे घर जन्म लिया। भाई भगतू दे 2 पुत्र होए, भाई गौरा, भाई जीवन। भाई गौरे दे दोनों पुच्चो पिंड ने जो बठिंडा बरनाला रोड उपर हैं। भाई जीवन जिन्हां दा एक बेटा है संत दास, जिन्हों 7वें पातशाह ने वर दिता सी कि बच्चा बड़ा कर्मा वाला होवेगा, हजारी बढ़ेगा, इहदे ते साडी किरपा हमेशा ही बनी रहेगी। ये संत दास दे 3 विआह ने। एक विआह दे माता देसां जी, एक विआह दे राम सिंह फतेह सिंह दे माता जी, एक विआह दे भगत सिंह तख्त सिंह जी। ये गुरमुख प्यारे वो समा है जदों गुरु गोबिंद सिंह साहब महाराज
ਵਿਰਾਜ ਰਹੇ ਹਨ ਗੁਰੂ ਨਾਨਕ ਦੇ 10ਵੇਂ ਸਰੂਪ ਦੇ ਵਿੱਚ। ਬਹੁਤ ਰਹਿਮਤਾਂ ਬਹੁਤ ਕਿਰਪਾ ਕਰ ਰਹੇ ਹਨ। ਜਾ ਕੇ ਮਾਂ ਦੇਸਾਂ ਸੇਵਾ ਕਰਦੀ ਆ ਆਨੰਦਪੁਰ ਸਾਹਿਬ, ਕਈ ਮਹੀਨੇ ਉੱਥੇ ਲਾ ਕੇ ਆਉਂਦੇ ਆ। ਤੇ ਜਦੋਂ ਸਮਾਂ ਆਉਂਦਾ ਗੁਰਮੁਖ ਚੜ੍ਹਾਈ ਕਰ ਜਾਂਦੇ ਆ ਸੰਤ ਦਾਸ, ਤਾਂ ਮਾਤਾ ਇਸ ਸਥਾਨ ਤੇ ਆਪਣੇ ਘਰ ਬੁਰਜ ਸਾਹਿਬ ਦੇ ਵਿੱਚ ਰਹਿੰਦਿਆਂ ਹੋਇਆਂ ਗੁਰੂ 10ਵੇਂ ਪਾਤਸ਼ਾਹ ਨੂੰ ਧਿਆਉਂਦੇ ਰਹਿੰਦੇ ਆ। ਹਰ ਵੇਲੇ ਅਰਦਾਸ ਕਰਦੇ ਆ, ਪਾਤਸ਼ਾਹ ਮੈਂ ਜਦੋਂ ਤੋਂ ਸੰਸਾਰ ਛੱਡਣਾ ਹੈ, ਮੇਰੇ ਸੱਚਖੰਡ ਜਾਣ ਤੋਂ ਪਹਿਲਾਂ ਤੁਸੀਂ ਕਿਰਪਾ ਕਰਿਓ, ਮੇਰੇ ਘਰ ਜ਼ਰੂਰ ਚਰਨ ਪਾਇਓ, ਨਿਮਾਣੀ ਨੂੰ ਮਾਣ ਬਖਸ਼ਿਓ। ਤੇ ਸਤਿਗੁਰੂ ਆਉਂਦੇ ਆ, 9 ਦਿਨ ਬਿਰਾਜਦੇ ਆ ਇੱਥੇ। 9 ਦਿਨਾਂ ਦੌਰਾਨ ਕਿੰਨੀਆਂ ਹੀ ਸੰਗਤਾਂ ਨੇ ਇੱਥੇ ਆ ਕੇ ਖੰਡੇ ਦੀ ਪਹੁਲ ਲਈ, ਅੰਮ੍ਰਿਤ ਪਾਨ ਕੀਤਾ। ਕਿੰਨੀਆਂ ਸੰਗਤਾਂ ਨੇ ਜੋ ਗੁਰੂ ਨਾਨਕ ਦੇ ਦਰ ਦਾ ਉਪਦੇਸ਼ ਹੈ, ਜਿਹੜਾ ਕਿਸੇ ਬਿਨਾਂ ਬੰਧਨ ਤੋਂ ਪਾਤਸ਼ਾਹ ਨੇ ਕਿਹਾ ਹੋਇਆ ਹੈ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾ ਕੋ ਸਾਂਝਾ। ਜੋ ਗੁਰਮਤ ਦਾ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਹੈ, ਜੋ ਕਿ ਪਰਮਾਤਮਾ ਦੇ ਮਿਲਣ ਲਈ ਕੋਈ ਵੀ ਸਾਧਨਾ ਕਰ ਸਕਦਾ, ਸਿਮਰਨ ਕਰ ਸਕਦਾ, ਉਹਦੇ ਕਰਤੇ ਦੇ ਦਰ ਨਾਲ ਜੁੜ ਸਕਦਾ। ਤੇ ਉਹਦਾ ਉਪਦੇਸ਼ ਸਤਿਗੁਰਾਂ ਨੇ ਇੱਥੇ ਦਿੱਤਾ। ਉਹ ਕਲਾ ਵਰਤਾਈਆਂ। ਤਾਂ ਮਾਤਾ ਦੇਸਾਂ ਨੂੰ ਜਾਣ ਸਮੇਂ ਜੋ ਆਪਣੀਆਂ ਯਾਦਾਂ, ਜੋ ਆਪਣੀਆਂ ਨਿਸ਼ਾਨੀਆਂ ਹੱਥ ਲਿਖਤਾਂ ਸੌਂਪ ਕੇ ਗਏ, ਮਾਤਾ ਨੇ ਜਾਣ ਤੋਂ ਪਿਆਰੀਆਂ ਕਰਕੇ ਸਾਂਭੀਆਂ। ਇਸ ਸਥਾਨ ਦੇ ਉੱਤੇ ਮਾਤਾ ਦੇਸਾਂ ਤੋਂ ਲੈ ਕੇ ਉਹਨਾਂ ਦੇ ਜੋ ਬੱਚੇ ਹਨ, ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਮਹਾਰਾਜ, ਜਿਹੜੇ ਭਾਈ ਫਤਿਹ ਸਿੰਘ ਦੇ ਸਪੁੱਤਰ ਨੇ, ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਮਾਤਾ ਦੇਸਾਂ ਦੀ ਝੋਲੀ ਪਾਇਆ। ਬੜੀਆਂ ਕਿਰਪਾ ਕੀਤੀਆਂ। ਬਾਬਾ ਜੀ ਨੇ ਮਾਤਾ ਦੇਸਾਂ ਦੀ ਬੜੀ ਸੇਵਾ ਕੀਤੀ, ਸੰਭਾਲ ਕੀਤੀ। ਉਸ ਬੁਰਜ ਨੂੰ ਜਾਣ ਤੋਂ ਪਿਆਰਾ ਕਰਕੇ ਸਾਂਭਿਆ, ਜਿੱਥੇ 10ਵੇਂ ਪਾਤਸ਼ਾਹ ਨੇ 9 ਦਿਨ ਵਿਸਰਾਮ ਕੀਤਾ ਸੀ। ਮਾਤਾ ਸਾਹਿਬ ਕੌਰ ਸੁੰਦਰ ਕੌਰ ਨੇ ਵਿਸਰਾਮ ਕੀਤਾ ਸੀ। ਇੱਕ ਸਮਾਂ ਆਇਆ ਕਿ ਬਾਬਾ ਜੀ ਹਰ ਵੇਲੇ ਨਾਮ ਸਿਮਰਨ ਵਿੱਚ ਜੁੜੇ ਰਹਿੰਦੇ। ਬਾਬਾ ਦੀਪ ਸਿੰਘ ਕੋਲ ਜਾਂਦੇ, ਉੱਥੋਂ ਹੱਥ ਲਿਖਤ ਪੋਥੀਆਂ, ਜੋ ਆਪਣੀ ਜ਼ਿੰਦਗੀ ਦੇ ਵਿੱਚ ਬਾਬਾ ਜੀ ਨੇ ਇੱਕ ਹਸਤ ਲਿਖਤ ਸਰੂਪ ਲਿਖਿਆ, ਜਿਹੜਾ ਅੱਜ ਵੀ ਆਪਣੇ ਕੋਲ ਇੱਥੇ ਸੁਭਾਏਮਾਨ ਹੈ। ਤੇ ਬਾਬਾ ਜੀ ਜਦ ਜਾਂਦੇ ਸਨ, ਜਾਤਰੀ ਪਿੰਡ ਦੇ ਵਿੱਚ ਕੋਈ ਗੁਰਮੁਖ ਪਿਆਰਾ ਖੇਤਾਂ ਦੇ ਵਿੱਚ ਬਰਾਜਦਾ ਸੀ, ਜਿਹਦੇ ਕੋਲ ਆਉਂਦਿਆਂ ਜਾਂਦਿਆਂ ਰੁਕਦੇ ਸਨ। ਉੱਥੇ ਵੀ ਯੋਧਪੁਰ ਜਾਤਰੀ ਹੈ, ਬਾਬਾ ਸੰਗੂਆਣਾ ਸਾਹਿਬ ਦੇ ਨਾਂ ਤੇ ਬਹੁਤ ਹੀ ਵਧੀਆ, ਬਹੁਤ ਉੱਚ ਸਥਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਸਾਰਾ ਨਗਰ ਉੱਥੇ ਜੁੜਦਾ ਹੈ। ਤਾਂ ਇਹਨਾਂ ਬਾਬਾ ਜੀ ਨੇ ਬਹੁਤ ਸੇਵਾਵਾਂ ਕੀਤੀਆਂ। ਜਿੱਥੇ ਅੱਜ ਲਵੇਰੀਸਰ ਸਾਹਿਬ ਗੁਰਦੁਆਰਾ ਹੈ, ਉੱਥੋਂ ਦੀ ਜੋ ਇਤਿਹਾਸਕ ਘਟਨਾ ਵਰਣਨ ਮਿਲਦਾ ਕਿ ਪਾਤਸ਼ਾਹ ਜਦੋਂ ਆਪਣੇ ਇੱਥੇ ਰੁਕੇ ਹੋਏ ਸਨ, ਉਸ ਸਮੇਂ ਦੌਰਾਨ ਇੱਕ ਗਊ ਉੱਥੇ ਸੂਈ ਤੇ ਆਸੇ ਪਾਸਿਆਂ ਤੋਂ ਉਹਦੇ ਵਛੜੇ ਨੂੰ ਚੱਕਣ ਲਈ ਬਘਿਆੜਾਂ ਨੇ ਘੇਰਾ ਪਾ ਲਿਆ ਤੇ ਉਹ ਗਊ ਨੇ ਬੜਾ ਮੁਕਾਬਲਾ ਕੀਤਾ। ਸੁਬਾਹ ਅੰਮ੍ਰਿਤ ਵੇਲੇ ਦਾ ਸਮਾਂ ਹੈ। ਸਤਿਗੁਰੂ ਸਮਾਧੀ ਵਿੱਚ ਸਥਿਤ ਹਨ। ਉਹਨਾਂ ਨੂੰ ਪੁਕਾਰ ਸੁਣਦੀ ਹੈ ਤਾਂ ਯਕ ਲਗਤ ਖੜੇ ਹੁੰਦੇ ਨੇ, ਸ਼ਸਤਰ ਪਹਿਨਦੇ ਨੇ, ਪਹਿਨ ਕੇ ਸ਼ਸਤਰ ਘੋੜੇ ਤੇ ਲਵੇਰੀਸਰ ਵੱਲ ਨੂੰ ਚੱਲ ਪੈਂਦੇ ਨੇ। ਸਿੰਘ ਨਾਲ ਦੀ ਨਾਲ ਮਗਰੇ ਭੱਜਦੇ ਨੇ ਕਿ ਪਾਤਸ਼ਾਹ ਗਏ ਕਿੱਥੇ ਨੇ। ਜਾ ਕੇ ਵੇਖਦੇ ਆ ਤਾਂ ਉਹਨਾਂ ਬਘਿਆੜਾਂ ਨੂੰ ਦਵਲਿਆ ਜਾਂਦਾ, ਦੂਰ ਕੀਤਾ ਜਾਂਦਾ ਤੇ ਉਹ ਗਊ ਨੂੰ ਪਿਆਰ ਦਿੱਤਾ ਜਾਂਦਾ, ਉਹ ਬਛੜੇ ਨੂੰ ਸਾਂਭਿਆ ਜਾਂਦਾ। ਤਾਂ ਸਤਿਗੁਰੂ ਉੱਥੇ ਜਦੋਂ ਫਰਮਾਨ ਕਰ ਰਹੇ ਆ ਤੇ ਬਾਬਾ ਸੰਗੂ ਸਿੰਘ ਉਦੋਂ 5 ਸਾਲ ਦੇ ਆ। ਜਿਵੇਂ ਛੋਟੇ ਬੱਚਿਆਂ ਨੂੰ ਇੱਕ ਆਦਤ ਹੁੰਦੀ ਹੈ ਕਿ ਉਹ ਜਿਹਦੇ ਵੱਲ ਵੀ ਵੇਖਦੇ ਆ ਬੜੀ ਨੀਝ ਲਾ ਕੇ ਵੇਖਦੇ ਆ, ਪੂਰੀ ਸੁਰਤ ਰੱਖਦੇ ਆ ਕੀ ਬੋਲ ਰਿਹਾ।
ਤਾਂ ਜੋ ਦਸ਼ਮੇਸ਼ ਪਿਤਾ ਨੇ ਉੱਥੇ ਫਰਮਾਇਆ ਕਿ ਐ ਸਿੰਘੋ, ਇਹ ਉਹ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ ਪਿਛਲੇ ਯੁੱਗਾਂ ਦੇ ਸਮੇਂ ਦੇ ਵਿੱਚ ਰਾਮਚੰਦਰ ਨੇ ਵੀ ਇਸ ਇਲਾਕੇ ਦੇ ਵਿੱਚ ਬਨਵਾਸ ਕੱਟਿਆ। ਇਹ ਲੱਖੀ ਜੰਗਲ ਦਾ ਇਲਾਕਾ ਬਹੁਤ ਵੱਡਾ ਜੰਗਲ ਸੀ, ਪ੍ਰਸਿੱਧ ਸੀ। ਇਸ ਜਗ੍ਹਾ ਸਾਡੇ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵੀ ਚਰਨ ਪਾਏ। ਇਸੇ ਜਗ੍ਹਾ ਸਾਡੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਚਰਨ ਪਾਏ। ਇਹ ਧਰਤੀ ਨੂੰ ਮਹਾਨ ਤਪਸਵੀ ਬਾਬਾ ਕਾਲੂ ਨਾਥ ਨੇ ਵੀ ਭਾਗ ਲਾਏ। ਉਹ ਸਾਰੀ ਸਾਖੀ ਸਤਿਗੁਰੂ ਸੁਣਾਉਂਦੇ ਆ ਕਿ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਇੱਥੋਂ ਤੱਕ ਵਿਚਰਦੇ ਰਹੇ, ਉਹਨਾਂ ਦੇ ਸਿੰਘ ਵਿਚਰਦੇ ਰਹੇ, ਤੇ ਕਿਵੇਂ ਜਦੋਂ ਜੰਗਾਂ ਯੁੱਧਾਂ ਦੇ ਵਿੱਚ ਸਿੰਘ ਜ਼ਖਮੀ ਹੋ ਜਾਂਦੇ ਸੀ, ਭਾਗੀ ਬਾਂਦਰ ਵਿਖੇ ਇੱਕ ਵਾਰ-ਵਾਰ ਗੁਰੂ ਘਰ ਹੈ, ਉੱਥੇ ਜ਼ਖਮੀਆਂ ਨੂੰ ਪਹੁੰਚਾਇਆ ਜਾਂਦਾ ਤੇ ਉਹਨਾਂ ਦਾ ਇਲਾਜ ਕੀਤਾ ਜਾਂਦਾ। ਉਹ ਸਾਰੀ ਸਾਂਝ ਸਤਿਗੁਰੂ ਪਾਉਂਦੇ ਨੇ ਤਾਂ ਬੜੀ ਕਿਰਪਾ ਵਰਸਦੀ ਹੈ। ਤੇ ਸਤਿਗੁਰੂ ਕਹਿੰਦੇ ਨੇ ਕਿ ਬੜੀ ਕਰਨੀ ਵਾਲੀ ਜਗ੍ਹਾ ਹੈ ਇਹ ਬਹੁਤ ਵੱਡੀ ਇੱਕ ਸ਼ਕਤੀ ਹੁੰਦੀ ਹੈ ਜਗ੍ਹਾ ਦੀ। ਇਹਦੇ ਨਾਲ ਸੰਬੰਧਿਤ ਅਨੇਕਾਂ ਸਾਖੀਆਂ ਮਿਲ ਜਾਂਦੀਆਂ ਕਿ ਜਗ੍ਹਾ ਦਾ ਵੀ ਕਿੱਡਾ ਪ੍ਰਤਾਪ ਹੁੰਦਾ ਹੈ। ਪੁਰਾਤਨ ਸਾਖੀਆਂ ਹਨ ਕਿ ਜਿਸ ਵੇਲੇ शिवजी महाराज विचलते विचलते एक जगह नमस्कार करते आ, बड़े प्रेम नाल मत्था धरती ते ला के, तो माता पुछदे आ पार्वती कि स्वामी जी तुसी इत्थे नमस्कार कीती आ, मैनू तां कुछ भी नहीं दिसदा, खाली जगह है। तो पातशाह शिवजी महाराज कहंदे ने कि इत्थे अज तो कई सौ साल पहलां किसी बुद्ध पुरुष ने बहुत तपस्या की है। ये तप वाली जगह है, इसका बड़ा महात्म है। इत्थे जेड़ा भी आके बैठूगा वो समाधि स्थित हो जाता है। माता कहते 7 बचन अगे जाते आ, एक जगह फिर वो नमस्कार करते आ। पार्वती माता कहते हुण की है? तो शिव जी कहते ये वो जगह जिहड़ी अपने आप नूं तैयार कर रही है। इत्थे आउण वाले 200-400 साल तक किसी बुद्ध पुरुष ने आके भगती करनी है, अपने आप नूं तैयार कर रही है, पवित्र कर रही है। इत्थों इन्हां घटनावां तो सानूं करते पुरख दे निजमां दा पता लगदा है कि कुछ भी इस ब्रह्मंड दे विच बिना कारण तो नहीं वापरदा। जदों भी कुछ वापरदा उहदे पिछे बहुत वड्डे कारण हुंदे ने। ਜਿਹੜੀ कोई गल सामने साडे आउंदी है, वो सामने आउण तो पहलां बहुत चिर पहलां उहदा प्लैन बन चुक्या हुंदा। जिवें असीं वेखदे आ कि साडे बच्चे अजकल गाउंदे ने, गीत गाउंदे आ, ते वो ये नहीं हैगा कि उन्हां ने गीत गाया ते सामने आ गया। उदों बहुत समा पहलां लिखिया जांदा, डायरैक्टर प्रोड्यूसर बह के गल्लां करदे आ, उहनूं किवें डिजाइन करना, किवें वीडियो बनाउणी, काफ़ी उन्हां दी मेहनत हुंदी है। तो फिर एक समा आउंदा जदों साडे सामने आउंदा। इसे तरह जो भी घटनावां घटदियां सतगुरु कहंदे ने कि कारण समर्थ है। वो किसी कारण घटना घटदी आ ते जदों भाग लगदे आ, कलंगियां वाले पातशाह इस जगह ते आके विराजमान हुंदे आ। ते इत्थों दी धरती ने पता नहीं किन्ने 100 साल पहलां तो भगती की होनी आ कि मेरे ते आके दीन दुनिया दे वाली कलगीधर पातशाह ने चरण पाउणे हन। तां इत्थे चरण पाउंदे आ। इस तो बाद जाण वेले जदों अपनियां निशानियां बख्शिश करदे आ माई देसां नूं, तां माता कहंदी आ कि दोबारा दर्शन दिदारे कदों होणगे? तो पातशाह कहते ने शरीर रूप में नहीं होणगे। जदों ही तुसी नितनेम करके साडे आ दस्तारे दे सामने बैठोगे, अपने आपे दे नेड़े आओगे, अंतर्मुखी होवोगे, अपने सवासां ते ध्यान दिओगे, तुहानूं साडे ही दर्शन दिदारे होणगे। ते उन्हां दे वचन ये अज भी सत ने। जिहड़ा भी कोई देश विदेश तो इत्थे आउंदा उहदे नाल 2 घटनावां लाजमी वापरदियां, जिहदी भावना बनी हुंदी है कि जदों ही वो बुरज वल नूं तुरदा, पहली घटना वापरदी है कि उहनूं बहुत ज़्यादा बराग आउंदा है। वो बराग किहड़ी गल दा, किहड़े विछोड़े दा, ये तां वो साधक जाणदा जां सतगुरु जाणदे आ
कि इन्ना मन भर भर के क्यों डुलदा उन्हां लोकां दा जिहड़े दिलों जुड़े हुए हुंदे आ। उन्हां नूं की एहसास कराउंदे आ सतगुरु, की उन्हां नूं महसूस हुंदा है। दूसरी घटना वापरदी है कि पातशाह ने जो बचन कीता ते सतगुर दर्शन दिदारे किसी ना किसी रूप दे विच जरूर बख्शिश करदे आ। तां सतगुरु इत्थों लवेरी सर नूं भाग लाउंदे आ ते बाबा संगू सिंह वो गल नूं चेते च वसा लैंदे आ। ते जदों जवान हुंदे आ, जो सतगुरां ने बचन कीता सी कि बड़ी करनी वाली जगह है गुरसुखे ते जोत बत्ती करते रहना, उत्थे खड़े खड़े ही सारे गुरसिख रल के एक थड़ा बना दिंदे आ ते वो गऊ लई एक झुंबा पा दिंदे आ ते दो चार सिंह कहंदे ने असीं इत्थे रहांगे, तो रहना शुरू कर दिंदे आ। ते बाबा जी जदों जवान हुंदे आ नेम बना लैंदे आ कि मेरे पातशाह ने कहा सी कि जोत बत्ती लाउंदे रहो। बाबा संगू सिंह रोजाना जांदे आ, उत्थे जोत बत्ती दीवा बत्ती करदे आ, धूफ लाउंदे आ, तां जाके समाधि स्थित हुंदे आ, अपने आप नूं ध्याउंदे ने, करते पुरख दे रूप नूं अंदर वेखदे ने, बड़ा ही आनंद बनदा है। सारी जिंदगी बाबा संगू सिंह इस तरह निभाउंदे आ ते जदों समां आउंदा है बाबा जी ने संसार तो जाना हुंदा तां उस टाइम बचन करदे ने कि साडे भाई सारे लोगों मेरी गल नूं सुनो, मैं जदों शरीर त्याग देवां तां मेरा जिहड़ा अंतिम संस्कार है वो तुसी लवेरी वाले टिब्बे ते ही करना। मेरी सुरती मेरा मन सतगुरां दे उन्हां बचनां च कि मैं जदों बॉडी छड्ड जावांगा, आ मिट्टी नूं देह नूं छड्ड जावांगा, मैं फिर भी इत्थे हाज़र रहांगा। ते जिहदा प्रतੱਖ सबूत तुसी वरतदा वेख रहे हो, उत्थे किवें संगतां आउंदियां, किवें नतमस्तक हुंदियां, जो भी मन च भावना संगतां बना लैंदियां। बेशक इत्थे उन्हां दे जन्म स्थान ते संगतां भावना बनाउंदियां, बेशक उत्थे भगती स्थान ते बनाउंदियां, वो सतगुरु पूरियां जरूर करदे आ। इत्थे ये गल भी दस्सण योग है कि माता देसां दा जो अगलियां पीढ़ियां सेवा करदियां, जिवें असीं हुण कहने आ कि साडी 10वीं पीढ़ी है, तां उहदे विच बाबा संगू सिंह अपने उन्हां दे कोई बच्चा नहीं हुंदा तां माता देसां जो माता देसां दा एक भतीजा है सुखा सिंह, जिहड़ा बचपन तो ही इत्थे माता कोल जानी आपदी भूआ कोल बहुत समां गुजारदा रहिंदा, बाबा संगू सिंह दी रीस नाल भगती करदा, इत्थे ही वो पलदा है। तां जदों बाबा जी गल करदे ने शरीर छड्डण दी, तां अगली जिहड़ी सेवा है इत्थों दी, वो सेवा माता दे भतीजे ब्रह्म ज्ञानी बाबा सुखा सिंह नूं सुभा दिंदे ने। सेवा संभाउंदे ने तां उस टाइम ते जिवें अपने परिवारां च सारे ही हुंदा, पूरी दुनिया ते ही आ, कोई एक गल नहीं है कि माता देसां दे घर वाले कोले उदों जो जायदाद है 7500 किला जायदाद हुंदी है, जिहदे चों कि माता देसां नूं 2500 किला वंडिया आउंदा, जे उहनूं इनसाफ करके आपां वंडना चाहिए तां। पर माता जी भी अपने आप नूं समर्पित रखते हैं कलगीधर पातशाह की बंदगी दे विच। ते जदों उहनूं बाबा जी सेवा सौंपते हैं तां बाबे दे जो सके सकेले भैण भाई ने वो कहते हैं कि यह कल्ला ही साथों सारियां तो वड्डा हो जाएगा, इनू तां आपदी भूआ दे हिस्से दा 2500 किला आजू, ये साडे ते सरदारी करू, जिन्हों आपां कहने आ कि बगाना जट रोडा लाई जाना, बाबा तू ये कारज ना कर। तां उदों फिर बाबा संगू सिंह कहते हैं कि इहदा ही जिहड़ी भावना है ब्रह्म ज्ञानी महापुरख है, इनू जमीन जायदादां नाल मतलब नहीं, ये कलगीधर पातशाह दे सद्दे ते इत्थे आया है, इनू सेवा नाल मतलब है, ये सेवा करेगा, तुहाडीआं जायदादां वल नहीं तकेगा। तां बाबा जी उदों बचन लै लैंदे ने, तां जो माई देसां दा हिस्सा है 2500 किला वो भी इन्हां परिवारां 'च ही वंड दिता जांदा, ते जो बाबा संगू सिंह दा अपना परसनल 600-700 किला हिस्सा उहदे विचों भी बाबा संगू सिंह अपने सारे परिवारां नूं कहंदे ने कि जमीन भी तुसीं सांभो, पर मैं घोड़े रखदा, ये बाबा जी भी घोड़े रखणगे। बाबा सुखा सिंह मेरे घोड़ियां दी चरांद 100 किला जमीन तुसीं नहीं बाहोगे,
ਇਹਨੂੰ ਤੁਸੀਂ ਇਹਦੇ ਸੁੱਖਾ ਸਿੰਘ ਦੇ ਪ੍ਰਦਾਨ ਕਰ ਦੇਣੀ ਆ। 26-2700 ਕਿੱਲੇ ਵੱਟੇ ਉਹ ਜਿਹੜਾ 100 ਕਿੱਲਾ ਹੈ ਸੁੱਖਾ ਸਿੰਘ ਝੋਲੀ ਪਵਾ ਕੇ ਸੇਵਾ ਪ੍ਰਵਾਨ ਕਰ ਲੈਂਦਾ ਤੇ ਬਾਬਾ ਸੁੱਖਾ ਸਿੰਘ ਫਿਰ ਉੱਥੋਂ ਮਾਤਾ ਦੇਸਾਂ ਦੇ ਬਾਬਾ ਸੰਗੂ ਸਿੰਘ ਦੇ ਜਿਉਂਦੇ ਜੀ ਸੇਵਾ ਸੰਭਾਲ ਕਰਦੇ ਰਹਿੰਦੇ ਨੇ। ਜੋ ਪਿਰਥਾ ਸਿੰਘ ਦਾ ਲੜਕਾ ਬਾਬਾ ਜੇਠੂ ਸਿੰਘ ਦਾ ਪੋਤਰਾ ਹੈ ਤੇ ਅੱਗੋਂ ਬਾਬਾ ਸੁੱਖਾ ਸਿੰਘ ਤੋਂ ਅੱਗੇ ਬਾਬਾ ਨੌਧ ਸਿੰਘ, ਬਾਬਾ ਗੁਲਾਬ ਸਿੰਘ, ਬਾਬਾ ਸੂਰਾ ਸਿੰਘ, ਬਾਬਾ ਨਿਧਾਨ ਸਿੰਘ, ਇਸ ਤਰ੍ਹਾਂ ਕਰਕੇ ਹੁਣ ਜੋ ਸਾਡੇ ਤੇ ਆ ਕੇ 10ਵੀਂ ਪੀੜ੍ਹੀ ਸਾਡੀ ਇੱਥੇ ਸੇਵਾ ਸੰਭਾਲ ਕਰ ਰਹੀ ਹੈ। ਤਾਂ ਮਾਤਾ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, ਬੜੀਆਂ ਬਰਕਤਾਂ ਪਾਈਆਂ ਕਿ ਇੱਥੋਂ ਦੀ ਸੇਵਾ ਸੰਭਾਲ ਝੋਲੀ ਪਾਈ। ਬਚਪਨ ਦੇ ਵਿੱਚ ਮਾਤਾ ਪਿਤਾ ਦੇ ਨਾਲ ਆ ਕੇ ਸੇਵਾ ਕਰਨੀ। ਇਹ ਕੱਚਾ ਬੁਰਜ ਮੇਰੀ ਸੁਰਤ ਤੋਂ ਪਹਿਲਾਂ ਇੱਥੇ ਉੱਪਰ ਚਵਾਰਾ ਸੀ, ਜਿਹੜਾ ਬਜ਼ੁਰਗ ਸਾਡੇ ਦੱਸਦੇ ਕਿ ਅੱਜ ਤੋਂ 60-70 ਸਾਲ ਪਹਿਲਾਂ ਇੱਕ ਗੜੇ ਆਏ ਸੀ 8-10 ਦਿਨ ਲਗਾਤਾਰ, ਜਿਨ੍ਹਾਂ ਦੇ ਵਜਨ ਨਾਲ ਉਹ ਚਵਾਰੇ ਦੀ ਸੱਤ ਡਿੱਗ ਪਈ ਸੀ। ਉਹ ਕੰਧਾਂ ਹੁਣ ਤਾਈਂ ਰਹੀਆਂ, ਜਿਹੜੀਆਂ ਛੋਟੇ ਜਿਹੇ ਰੂਪ 'ਚ ਹਲੇ ਵੀ ਹਨ। ਇਹ ਬੁਰਜ ਸਾਹਿਬ ਤੇ ਇਹਦੇ ਅੱਗੇ ਇੱਕ ਛੋਟਾ ਜਿਹਾ ਕਮਰਾ ਹੋਰ ਸੀ, ਜਿਹਦੇ 'ਚ ਗੁਰੂ ਮਹਾਰਾਜ ਪ੍ਰਕਾਸ਼ ਹੁੰਦੇ। ਉੱਥੇ ਮੱਥਾ ਟੇਕਣ ਤੋਂ ਬਾਅਦ ਜਿਹੜੀ ਕੋਈ ਸੰਗਤ ਇੱਥੇ ਆਉਂਦੀ, ਉਹ ਅੰਦਰਲੇ ਬੁਰਜ 'ਚ ਜਦੋਂ ਜਾਂਦੇ ਤਾਂ ਇਸ ਤਰ੍ਹਾਂ ਉਤਰਦੇ ਜਿਵੇਂ ਆਪਾਂ ਕੁਰਸੀ 'ਚ ਬਹਿ ਕੇ ਉਤਰਦੇ ਹਾਂ। ਤੇ ਅੰਦਰ ਬੁਰਜ ਦੇ ਪਲੰਘ ਜਿਹੜਾ ਹੁਣ ਵੀ ਡਿਹਾ ਹੁੰਦਾ ਪਾਤਸ਼ਾਹ ਵੇਲੇ ਦਾ, ਉਹ ਉੱਥੇ ਪਲੰਘ ਹੁੰਦਾ। ਤੇ ਜਿੰਨੇ ਵੀ ਸ਼ਸਤਰ ਵਸਤਰ ਨੇ ਇਹ ਪਹਿਲਾਂ ਗਠੜੀਆਂ ਬੰਨ੍ਹ ਕੇ ਰੱਖੇ ਹੁੰਦੇ। ਤੇ ਜਦੋਂ ਤੋਂ ਭਾਈ ਅਜੈਬ ਸਿੰਘ ਚੱਕ ਬਖਤੂ, ਜਿਹੜੇ ਕਿ ਬੜੇ ਸੁਲਝੇ ਹੋਏ ਇਨਸਾਨ ਇਸ ਇਲਾਕੇ ਦੇ, ਉਹਨਾਂ ਨੇ ਇੱਕ ਅਲਮਾਰੀ ਭੇਟ ਕੀਤੀ ਸੀ ਸੀਸਿਆਂ ਵਾਲੀ, ਉਹਦੇ ਵਿੱਚ ਉਹ ਫਿਰ ਸ਼ਸਤਰ ਵਸਤਰ ਰੱਖੇ ਹੁੰਦੇ। ਤਾਂ ਹੁਣ ਤੱਕ ਫਿਰ ਉਹ ਸ਼ਸਤਰਾਂ ਦੀ ਸੇਵਾ ਹੁੰਦੀ ਰਹੀ। 1999 ਦੇ ਵਿੱਚ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਚੇਅਰਮੈਨ ਡਾਕਟਰ ਮਨਮੋਹਨ ਸਿੰਘ, ਜੋ ਸਾਬਕਾ ਪ੍ਰਧਾਨ ਮੰਤਰੀ ਨੇ ਭਾਰਤ ਦੇ, ਤੇ ਡਾਕਟਰ ਮਹਿੰਦਰ ਸਿੰਘ ਜੋ ਡਾਇਰੈਕਟਰ ਨੇ ਭਾਈ ਵੀਰ ਸਿੰਘ ਸਾਹਿਤ ਸਦਨ ਦੇ, ਉਹਨਾਂ ਵੱਲੋਂ ਪੰਜਾਬ ਨੈਸ਼ਨਲ ਸਟੱਡੀਜ਼ ਨਾਂ ਦੇ ਇੱਕ ਮਹਿਕਮੇ ਨਾਲ ਗੱਲਬਾਤ ਕਰਕੇ ਇੱਕ ਕਮੇਟੀ ਬਣਾਈ ਗਈ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਮਹਾਰਾਜਾ ਰਣਜੀਤ ਸਿੰਘ ਤੱਕ ਆਪਣੀਆਂ ਸਿੱਖ ਕੌਮ ਦੀਆਂ ਜਿੱਥੇ ਵੀ ਕੋਈ ਨਿਸ਼ਾਨੀਆਂ ਨੇ, ਉਹਨਾਂ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਤੇ ਉਹਨਾਂ ਦਾ ਰੱਖ ਰਖਾਵ ਵੀ ਆਪਾਂ ਕਰੀਏ। ਤਾਂ ਉਹ ਕਮੇਟੀ ਨੇ ਪੂਰੇ ਭਾਰਤ ਦਾ ਭਰਮਣ ਕੀਤਾ, ਹੋਰ ਦੇਸ਼ਾਂ ਦੇ ਵਿੱਚ ਜਿੱਥੇ ਵੀ ਸਤਿਗੁਰੂ ਗਏ ਨੇ ਉੱਥੋਂ ਦਾ ਭਰਮਣ ਕੀਤਾ। ਸਾਰੀ ਜਾਣਕਾਰੀ ਇਕੱਤਰ ਕਰਦਿਆਂ ਹੋਇਆਂ ਜਦੋਂ ਕਮੇਟੀ ਇੱਥੇ ਪਹੁੰਚੀ ਤਾਂ ਉਹਨਾਂ ਨੇ ਜਦੋਂ ਦਰਸ਼ਨ ਕੀਤੇ ਇਸ ਕੱਚੇ ਬੁਰਜ ਦੇ, ਉਹਨਾਂ ਸ਼ਸਤਰਾਂ ਦੇ, ਵਸਤਰਾਂ ਦੇ, ਹੱਥ ਲਿਖਤ ਸਰੂਪ ਦੇ, ਤਾਂ ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿ ਮਾਈ ਦੇਸਾਂ ਦੇ ਦਰ 'ਤੇ ਜੋ ਵੀ ਨਿਸ਼ਾਨੀਆਂ ਪਈਆਂ ਹਨ ਇਹ ਕੱਪੜੇ ਦੇ ਰੂਪ 'ਚ ਨੇ, ਜਾਂ ਲੱਕੜ ਹੈ, ਜੋੜੀਆਂ ਲੱਕੜ ਦੀ, 7 ਕਾਨਿਆਂ ਦੀ ਲੱਕੜ ਦੀ, ਜਾਂ ਮਿੱਟੀ ਦੀਆਂ ਕੰਧਾਂ ਨੇ। ਇਹਨਾਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ। ਸਾਨੂੰ ਉਹਨਾਂ ਨੇ ਉਸੇ ਟਾਈਮ ਹੀ ਕਿਹਾ ਕਿ ਤੁਸੀਂ ਬੇਸ਼ੱਕ ਬਾਹਰ ਘੱਟ ਜਾਂਦੇ ਹੋ, ਪਰ ਅਸੀਂ ਸਾਰੀ ਦੁਨੀਆ ਦਾ ਚੱਕਰ ਲਾਇਆ ਹੈ, ਨਿਸ਼ਾਨੀਆਂ ਇਕੱਤਰ ਕਰਦੇ ਹਾਂ। ਤੁਸੀਂ ਪੂਰੀ ਦੁਨੀਆ ਤੋਂ ਅਲੱਗ ਹੋ, ਤੁਸੀਂ ਸਭ ਤੋਂ ਜ਼ਿਆਦਾ ਭਾਗਾਂ ਵਾਲੇ ਹੋ। ਤੁਹਾਡੇ ਕੋਲ ਕਲਗੀਧਰ ਪਾਤਸ਼ਾਹ ਦੀ ਉਹ ਨਿਸ਼ਾਨੀ ਹੈ ਜੋ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਸਾਹਿਬ ਕੌਰ ਸੁੰਦਰ ਕੌਰ ਸਮੇਤ ਜਿੱਥੇ ਸਾਖਸ਼ਾਤ ਪਾਤਸ਼ਾਹ 9 ਦਿਨ ਰਹੇ, ਉਹ ਅੱਜ ਵੀ ਸਹੀ ਸਲਾਮਤ ਹੈ। ਕੋਈ ਦਿਨ ਆਊਗਾ ਜਿਵੇਂ ਪੂਰਾ ਇਸਲਾਮ ਜਗਤ ਮੱਕੇ ਜਾਣ ਨੂੰ, ਜ਼ਿਆਰਤ ਕਰਨ ਨੂੰ, ਹੱਜ ਕਰਨ ਨੂੰ ਆਪਣੇ ਧੰਨ ਭਾਗ ਸਮਝਦਾ, ਕੋਈ ਸਮਾਂ ਆਊਗਾ ਕਿ ਕਲਗੀਧਰ ਪਾਤਸ਼ਾਹ ਦੇ ਇਸ ਕੱਚੇ ਬੁਰਜ ਨੂੰ ਵੇਖਣ ਲਈ ਦੁਨੀਆ ਦੇ ਕੋਨੇ-ਕੋਨੇ 'ਚੋਂ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਇੱਥੇ ਆਇਆ ਕਰਨਗੀਆਂ। ਤੇ ਉਹ ਗੱਲ ਉਹਨਾਂ ਦੀ ਅੱਜ ਤੋਂ 20 ਸਾਲ ਪਹਿਲਾਂ ਕਹੀ ਹੋਈ ਸੱਚ ਹੋ ਰਹੀ ਹੈ ਕਿ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗ ਰਿਹਾ, ਜਿਵੇਂ ਜਿਵੇਂ ਸਾਂਝ ਪੈ ਰਹੀ ਹੈ, ਪੂਰੀ ਦੁਨੀਆ 'ਚੋਂ ਸੰਗਤਾਂ ਇੱਥੇ ਦਰਸ਼ਨ ਦਿਦਾਰੇ ਕਰਨ ਪਹੁੰਚ ਰਹੀਆਂ ਹਨ। ਤੇ ਉਹਨਾਂ ਨਿਸ਼ਾਨੀਆਂ ਨੂੰ ਸਾਰੀਆਂ ਨੂੰ ਉਹਨਾਂ ਨੇ ਐਂਟਿਕ ਲੈਬ ਤੋਂ ਠੀਕ ਕਰਵਾਇਆ, ਲਖਨਊ ਭੇਜਿਆ। ਇਹ ਸਾਰੀਆਂ ਕੈਮੀਕਲ ਲੱਗ ਕੇ ਨਿਸ਼ਾਨੀਆਂ ਵਾਪਸ ਆਈਆਂ। ਤਾਂ ਉਹ ਟਾਈਮ ਸੀ ਦਿੱਲੀ ਕਮੇਟੀ ਵੱਲੋਂ ਇੱਕ ਨਗਰ ਕੀਰਤਨ ਦਾ ਇੰਤਜ਼ਾਮ ਕੀਤਾ ਹੋਇਆ ਸੀ ਪੂਰੀ ਦਿੱਲੀ ਵਿੱਚ। ਸ਼ਾਇਦ 2 ਜਨਵਰੀ ਦਾ ਕੋਈ ਦਿਨ ਸੀਗਾ ਤੇ ਉਸ ਨਗਰ ਕੀਰਤਨ ਦੇ ਵਿੱਚ ਇਹ ਨਿਸ਼ਾਨੀਆਂ
संगत नूं दर्शन करवाए गए ते संगतां वल्लों मंग कीती गई कि सानू पूरे दर्शन बंगला साहब निशानियां रखियां जाण। तां बाबा जो अजायब घर है बाबा बघेल सिंह उस जगह ते ये निशानियां एक हफ्ते लई रखियां। एक हफ्ते लई संगतां ने उत्थे दर्शन दीदारे कीते। उस तो बाद ग्रेटर क्लास जो गुरुद्वारा है उस जगह ते एक हफ्ता संगतां ने दर्शन दीदारे कीते। फिर ਵੱਖ-ਵੱਖ कमेटियां ने हफ्ते हफ्ते की मंग की ਤਾਂ 3 ਮਹੀਨਿਆਂ ਦੇ ਨੇੜੋਂ ਦਿੱਲੀ ਦੇ ਗੁਰਦੁਆਰਿਆਂ 'ਚ ਦਰਸ਼ਨ ਕਰਵਾਏ ਗਏ। ਉਹ ਪਹਿਲਾ ਸਮਾਂ ਸੀ ਜਦੋਂ ਸੰਗਤਾਂ ਦੇ ਸਾਹਮਣੇ ਇਹ ਨਿਸ਼ਾਨੀਆਂ ਪ੍ਰਗਟ ਹੋਈਆਂ ਤੇ ਉਸ ਤੋਂ ਬਾਅਦ ਸੰਗਤਾਂ ਨੇ ਇੱਥੇ ਆਉਣਾ ਸ਼ੁਰੂ ਕੀਤਾ। ਇੱਥੇ ਜਿਹੜੀਆਂ ਸੰਗਤਾਂ ਪਹੁੰਚਦੀਆਂ ਫਿਰ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ 2005 ਦੇ ਵਿੱਚ ਸਨਮਾਨਿਤ ਕੀਤਾ ਗਿਆ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਸਮੇਂ। 2010 ਦੇ ਵਿੱਚ ਸਰਹੰਦ ਫਤਿਹ ਦਿਵਸ ਵੇਲੇ ਸ਼੍ਰੋਮਣੀ ਕਮੇਟੀ ਨੇ 51,000 ਰੁਪਇਆ ਤੇ ਸੌਲ ਭੇਟ ਕੀਤਾ ਕਿ ਤੁਸੀਂ ਪੰਥ ਦੀ ਇਹ ਐਡੀ ਵੱਡੀ ਧਰੋਹਰ ਸਾਂਭ ਰਹੇ ਹੋ, ਬਚਪਨ ਤੋਂ ਲੈ ਕੇ ਸੇਵਾ ਕਰ ਰਹੇ ਹੋ, ਤੁਹਾਡਾ ਇਹ ਮਾਣ ਸਨਮਾਨ ਹੈ। ਦੇਸਾਂ ਵਿਦੇਸਾਂ ਦੀਆਂ ਕਮੇਟੀਆਂ ਵੱਲੋਂ ਵੱਖ-ਵੱਖ ਥਾਵਾਂ ਤੇ ਬੁਲਾ ਕੇ ਹਜੂਰ ਸਾਹਿਬ ਵਿਖੇ 2008 ਦੇ ਵਿੱਚ ਸਨਮਾਨ ਕੀਤਾ ਗਿਆ। ਸਿੰਗਾਪੁਰ ਦੇ ਆਤਮ ਰਸ ਕੀਰਤਨ ਦਰਬਾਰ ਵੱਲੋਂ तकरीबन 4-5 बार सिंगापुर बुला के मान सम्मान बख्शिश किया। मलेशिया ਦੀਆਂ जथेबंदियां ਵੱਲੋਂ थाईलैंड के बैंकॉक गुरुद्वारा साहब ਵੱਲੋਂ जानी जिथे जिथे संगतां नूं पता चलिया। पिछले लॉकडाउन तो पहला औरंगाबाद दीयां संगतां ने बुलाया गुरु साहब के गुरपुरब समय बड़े दर्शन दीदारे किए, संगतां ने खुशियां हासिल कीतियां। ये निशानियां अज इत्थे सुशोभित हन। देश विदेश तो संगतां दर्शन दीदारे करन आउंदियां। पातशाह ने बड़ियां रहमतां बख्शिश कीतियां हन। असीं सारे ही लोग बड़े भागां वाले हाँ कि साडे बड़े बजुर्गां ने सारियां ने ही ये योगदान पाया कि पातशाह दी ये निशानी अज साडे कोल आ। हुण साडा फर्ज है कि असीं ये निशानी नूं साਂਭ के रखीए, आउण वालियां पीढ़ियां लई इत्थे आके सतगुरां दी प्रेजेंस नूं महसूस कर सकन, सारियां संगतां प्यार नाल दर्शन दीदारे कर सकन। आपां साਂਝਾਂ पा रहे हैं। ये इतिहासक साਂਝਾਂ जो हन इहदे नाल नाल कल तो ਵੱਖ-ਵੱਖ गुरबाणी दे जो भाग हन कि नाम की है, कर्म की हुंदे हन, इहो जे विषयां दे उत्ते जां मन दी शांति जां अंदरूनी आनंद असीं किहनूं कहिंदे हां, ਆਪਾਂ ਰੋਜ਼ਾਨਾ घंटा 2 घंटे की सांझ पावांगे जो वर्कशाप वो दिन समय होवेगी। शाम ਨੂੰ ਦੀਵਾਨ ਸਜਿਆ ਕਰਨਗੇ। ਕੱਲ ਤੋਂ जो अपने पेंडू लोगों के कह लो भी एक फेवरेट संती हुंदे ने जिहड़े चौंटियां नाल कीर्तन करते हैं, उन्होंने सारे अपने पिंडां दे लोग सुन के बड़े खुश हुंदे आ। ते रागां च कीते कीर्तन नूं भी संगत समझदी है, संगत सुनदी है। रागां वाले रागी सिंह तां पहुंचने ही हन, नाल नाल वो गुरमुख प्यारे भी लगातार आउणगे। 6-7 जून के बड़े दीवान होणगे ते 8 जून नूं इत्थों सतगुरां दी वापसी होवेगी। जिथे भी कोई सुन रहा है देश विदेश बैठा, वो कैमरे की अख राही जरूर दर्शन दीदारे करे इन्हां पावन निशानियां दे, माता देसां दे उस बुरज दे ते नाल नाल जो इत्थे समागम चल रहे हैं उन्हां दे भी विच अपना योगदान पा के आप अपना जीवन सफला करिए। आओ हुण भाई बेअंत सिंह बठिंडे वाले जो सानू बड़ा माण हुंदा कि इन्हां ने इत्थे कीर्तन की सेवा बड़ा समा कीती आ ते सतगुरां वल्लों जो ड्यूटी बख्शी कि इन्हां नूं अपने पिता जी की जगह के उत्ते बिजली महकमे दे विच सरकारी नौकरी जदों मिल गई तो फिर नाल नाल कीर्तन की सेवा भी करते आ ते वो ड्यूटी भी करते आ। ते सब तो ਵੱਡੀ ਮਾਣ ਵਾਲੀ एक गल हुंदी है साडे लई कि पद्म श्री भाई नरमल सिंह खालसा उन्हां दे इक्को एक लाड़ले सगिरद है जिन्हां ने उन्हां दे कोल रह के कीर्तन सिੱਖਿਆ, उन्हां दे परिवार च रह के कीर्तन सिੱਖਿਆ। इन्हां नूं दात मिली। असीं 6 जून का दिन भाई नरमल सिंह खालसा नूं समर्पित किया है। उस दिन असीं भाई साहब नूं बेनती करांगे तुसीं भाई नरमल सिंह दे जो शब्द हैं जिहड़े वो गाउंदे हुंदे सी आम
हर जगह के उत्ते जाके उन्होंने शब्दों के नाल सांझ पायो संगतां नाल। अज भी हुण इस तो बाद शब्द की हाज़री भाई बेअंत सिंह लाउणगे, उस तो बाद एक जथा बच्चों का चक बख्तू तो भाई बलवीर सिंह होरां दा होर आया होया है, वो सांझ पाउणगे। आपां कीर्तन नाल जुड़ना है, अपनी इत्थों की गुरु घर की उही आपां पहलां गल कीती मर्यादा कि आपां उह गल नूं मनना है जिहड़ी सतगुरां ने लिखी है कि गुर सतगुर का जो सिख अखाए भलके उठ हरनाम ध्यावै। तां महाराज कहंदे उहनूं सुनना कीर्तन नूं, जिन्हों सुनिया सहज ध्यान लग जाए। कोशिश करो नेत्र बंद करके सुनने की, ताकि अंतरात्मे अपने आपे नूं देख सकीए। जे सतगुरां ने कहा ना सब किश घर में बाहर ना ही, बाहर टुल्लै सो भरम भुला ही, असीं मन लईए आपदे घरे मुड़न की कोशिश करिए। साडा घर साडे अंतरात्मे है, तो उत्थे जाण वाला जिहड़ा इक्को एक नाम का जहाज है, जिहड़ा रस्ता वो साडे सवास हन। सवासां नूं महसूस करिए, अंतरात्मे जुड़िए। आओ जुड़ के इलाही कीर्तन का आनंद माणीए जी। वाहिगुरू जी का खालसा, वाहिगुरू जी की फतेह।